ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਉਸ ਖਬਰ ਦੀ ਜਿਹੜੀ ਅਪੁਸ਼ਟ ਹੁੰਦੇ ਹੋਏ ਵੀ ਜਿਹਨੇ ਤਰਥੱਲੀ ਮਚਾਤੀ, ਪੁਸ਼ਟੀ ਹੋਣੀ ਬਾਕੀ ਹੈ। ਹਾਲੇ ਵੀ ਸਰਕਾਰ ਨੂੰ ਉਸ ਚੀਜ਼ ਨੇ ਵਕਤ ਖੜਾ ਕੀਤਾ ਹੋਇਆ। ਗੋਲਡੀ ਬਰਾੜ ਦੀ ਗੱਲ ਕਰਾਂਗੇ। ਸਿੱਧੂ ਮੂਸੇਵਾਲੇ ਤੋਂ ਬਾਅਦ ਚਰਚਿਤ ਹੁੰਦਾ ਗੋਲਡੀ ਬਰਾੜ ਜ਼ਿੰਮੇਵਾਰੀ ਲਈ ਜਾਂਦੀ ਹੈ ਤੇ ਗੋਲਡੀ ਬਰਾੜ ਦੀ ਗ੍ਰਿਫਤਾਰੀ ਨੂੰ ਲੈ ਕੇ ਪਿਛਲੇ ਦਿਨੀ ਲੋਕ ਕਹਿੰਦੇ ਕਨਫਰਮੇਸ਼ਨ ਉਡੀਕਦੇ ਆ। ਲੋਕ ਕਹਿੰਦੇ ਕਿਤੋਂ ਪੁਸ਼ਟੀ ਨਹੀਂ ਹੁੰਦੀ ਤੇ ਪੁਸ਼ਟੀ ਤਾਂ ਖੁਦ ਸੀਐਮ ਮਾਨ ਨੇ ਕਰਤੀ, ਕਹਿੰਦੇ ਵੀ ਗੋਲਡੀ ਬਰਾੜ ਸਾਡੀ ਗ੍ਰਿਫਤ ਦੇ ਵਿੱਚ ਹੈ। ਪਰ ਜਿਹੜੀ ਗੋਲਡੀ ਬਰਾੜ ਦੀ ਕਥਿਤ ਤੌਰ ਤੇ ਇੱਕ ਵਾਇਰਲ ਵੀਡੀਓ ਹੈ ਉਹਦੇ ਵਿੱਚ ਕਹਿੰਦਾ ਵੀ ਨਾ ਤਾਂ ਮੈਂ ਕੈਨੇਡਾ ਤੇ ਨਾ ਹੀ ਨਾਰਥ ਅਮਰੀਕਾ, ਮੈਂ ਤਾਂ ਕਿਤੇ ਹੋਰ ਹੈ, ਯੂਰਪ ਦੇ ਵਿੱਚ ਹੈ। ਸੋ ਇਹ ਪੁੱਛ ਸਕਦੇ ਆ ਕਿ ਮਾਨ ਸਾਹਿਬ ਨੂੰ ਵੀ, ਮਾਨ ਸਾਹਿਬ ਤੁਹਾਡਾ ਇਹ ਕਿਹੜਾ ਤਰੀਕਾ, ਦੱਸ ਤਾਂ ਦਿਓ ਗੋਲਡੀ ਯੂਰਪ ਹੈ ਕਿ ਅਮਰੀਕਾ? ਪ੍ਰਵੀਨ ਜੀ, ਜਿਸ ਦਿਨ ਗੋਲਡੀ ਬਰਾੜ ਨੂੰ ਅਮਰੀਕਾ ਪੁਲਿਸ ਵੱਲੋਂ ਜਾਂ ਕਹਿ ਲਈਏ ਕੈਲੀਫੋਰਨੀਆ ਵਿੱਚ ਗ੍ਰਿਫਤਾਰ ਕਰਨ ਦੀ ਖਬਰ ਆਈ ਸੀ, ਆਪਾਂ ਉਸ ਦਿਨ ਵੀ ਚਰਚਾ ਕੀਤੀ ਸੀ ਕਿ ਨਾ ਤਾਂ ਕੈਲੀਫੋਰਨੀਆ ਪ੍ਰਸ਼ਾਸਨ ਵੱਲੋਂ, ਨਾ ਅਮਰੀਕੀ ਪ੍ਰਸ਼ਾਸਨ ਵੱਲੋਂ, ਨਾ ਅਮਰੀਕਾ ਸਥਿਤ ਭਾਰਤੀ ਦੂਤਾਵਾਸ ਵੱਲੋਂ, ਨਾ ਕਿ ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ, ਨਾ ਕਿ ਵਿਦੇਸ਼ ਮੰਤਰਾਲੇ ਵੱਲੋਂ, ਨਾ ਭਾਰਤ ਦੀਆਂ ਏਜੰਸੀਆਂ ਵੱਲੋਂ, ਨਾ ਕੋਈ ਮਤਲਬ ਕਿ ਅਮਰੀਕੀ ਏਜੰਸੀਆਂ ਵੱਲੋਂ, ਕਿਸੇ ਵੱਲੋਂ ਵੀ ਅਜੇ ਤੱਕ ਕਨਫਰਮ ਨਹੀਂ ਕੀਤਾ ਗਿਆ ਕਿ ਗੋਲਡੀ ਬਰਾੜ ਗ੍ਰਿਫਤਾਰ। ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਇਹ ਹਵਾ 'ਚ ਤੀਰ ਨੇ। ਇੱਕ ਚੈਨਲ ਨੇ ਕੁਝ ਚਲਾਤਾ, ਦੋ ਚੈਨਲ ਨੇ ਕੁਝ ਚਲਾਤਾ, ਉਹਨੂੰ ਕਾਪੀ ਕਰਕੇ ਅਸੀਂ ਚਲਾਈ ਜਾ ਰਹੇ ਹਾਂ। ਤੱਥਾਂ ਦੇ ਆਧਾਰ ਤੇ ਅਸੀਂ ਗੱਲਾਂ ਕਰਦੇ ਹਾਂ ਜੀ। ਆਪਾਂ ਉਸ ਦਿਨ ਵੀ ਇਸੇ ਪਹਿਲੂ ਤੇ ਗੱਲ ਕੀਤੀ ਸੀ ਕਿ ਪਤਾ ਕਿਸੇ ਨੂੰ ਨੀ ਗਾ, ਗੱਲ ਸਾਰੇ ਕਰੀ ਜਾਂਦੇ ਨੇ ਜੀ। ਸੋ ਫਿਰ ਉਸ ਤੋਂ ਬਾਅਦ ਰਤੇਸ਼ ਲੱਖੀ ਹੋਰਾਂ ਦਾ ਦਾਅਵਾ ਇੱਕ ਬਹੁਤ ਵੱਡੇ ਪੱਧਰ ਤੇ ਸਾਹਮਣੇ ਆਉਂਦਾ ਤੇ ਜਿਸ 'ਚ ਹਵਾਲਾ ਵੀ ਦਿੱਤਾ ਜਾਂਦਾ ਕਿ ਜੀ ਉਹ ਤਾਂ 20-22 ਦਿਨ ਮਤਲਬ 20-22 ਨਵੰਬਰ ਦੇ ਨੇੜੇ ਤੇੜੇ 19 ਜਾਂ 20 ਨਵੰਬਰ ਨੂੰ ਫੜ ਲਿਆ ਸੀਗਾ। ਸਾਡੇ ਕੋਲ ਜਾਣਕਾਰੀ ਸੀ, ਪਰ ਇਹ ਅਜਿਹੀ ਜਾਣਕਾਰੀ ਹੈ ਜਿਹਨੂੰ ਅਸੀਂ ਕਹਿ ਕੇ ਪਹਿਲਾਂ ਅਧਿਕਾਰਕ ਤੌਰ ਤੇ ਗੱਲ ਸਾਹਮਣੇ ਆ ਫਿਰ ਕਰਾਂਗੇ। ਸੋ ਹੁਣ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਪੁਸ਼ਟੀ ਹੈ, ਸਾਰਾ ਕੁਛ ਹੈ, ਸਾਨੂੰ ਪਤਾ ਹੈ ਕਿ ਉਹ ਗ੍ਰਿਫਤਾਰ ਹੈ ਤੇ ਇਸ ਲਈ ਮੈਂ ਗੱਲ ਕਰ ਰਿਹਾ। ਤੇ ਉਹੀ ਮਤਲਬ ਕਿ ਸਾਡਾ ਸੀਨੀਅਰ ਪੱਤਰਕਾਰ ਸਾਥੀ ਰਤੇਸ਼ ਲੱਖੀ ਹੁਣ ਇਹ ਦੱਸ ਰਿਹਾ ਕਿ ਮੇਰੀ ਗੋਲਡੀ ਬਰਾੜ ਨਾਲ ਫੋਨ ਤੇ ਗੱਲ ਹੋ ਰਹੀ ਹੈ ਤੇ ਉਹ ਕਹਿ ਰਿਹਾ ਕਿ ਮੈਂ ਅਮਰੀਕਾ ਨਹੀਂ, ਮੈਂ ਤਾਂ ਯੂਰਪ 'ਚ ਹੈ ਤੇ ਮੈਂ ਗ੍ਰਿਫਤਾਰੀ ਨਾਲ ਮਰਨਾ ਪਸੰਦ ਕਰੂੰਗਾ। ਨਾ ਤਾਂ ਪ੍ਰਵੀਨ ਜੀ ਉਸ ਦਿਨ ਇਹ ਤੱਥ ਸਾਹਮਣੇ ਸੀ ਕਿ ਗੋਲਡੀ ਬਰਾੜ ਗ੍ਰਿਫਤਾਰ ਹੈ ਜਾਂ ਨਹੀਂ, ਤੇ ਨਾ ਹੀ ਅੱਜ ਇਹ ਤੱਥ ਸਾਹਮਣੇ ਨੇ ਕਿ ਉਹ ਗੋਲਡੀ ਬਰਾੜ ਦੀ ਆਵਾਜ਼ ਹੈ ਜਾਂ ਨਹੀਂ। ਇਹ ਗੱਲ ਅਜੇ ਵੀ ਉੱਥੇ ਹੀ ਖੜੀ ਹੈ। ਜਿੱਥੋਂ ਤੱਕ ਸਵਾਲ ਹੈ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਦਾਅਵਾ ਕਰਦੇ ਨੇ ਕਿ ਗੋਲਡੀ ਬਰਾੜ ਗ੍ਰਿਫਤਾਰ ਕਰ ਲਿਆ ਗਿਆ ਤੇ ਲੋਕ ਉਸ ਨੂੰ ਸੱਚ ਮੰਨਦੇ ਨੇ, ਤਾਂ ਇਹ ਮਾਨ ਸਾਹਿਬ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਇਹ ਤੱਥ ਤੁਹਾਨੂੰ ਰੱਖਣ ਦੀ ਲੋੜ ਨਹੀਂ, ਇਹ ਤੁਹਾਡਾ ਅਧਿਕਾਰ ਖੇਤਰ ਨਹੀਂ, ਇਹ ਇੰਟਰਨੈਸ਼ਨਲ ਮਸਲਾ ਹੈ। ਇਸ ਮਸਲੇ ਤੇ ਕੇਂਦਰ ਸਰਕਾਰ ਦੇ ਨੁਮਾਇੰਦੇ, ਉਹਨਾਂ ਦੀਆਂ ਏਜੰਸੀਆਂ, ਗ੍ਰਹਿ ਮੰਤਰਾਲਾ ਉਹ ਤੱਥ ਰੱਖੇ। ਅਮਰੀਕਾ ਰੱਖੇ ਤੱਥ। ਕਿਹਦੇ ਨਾਲ ਉਹਨਾਂ ਨੇ ਸੰਪਰਕ, ਇੱਥੇ ਤੱਕ ਤਾਂ ਖਬਰਾਂ ਇਹ ਵੀ ਆ ਗਈਆਂ ਸੀ ਕਿ ਪੰਜਾਬ ਪੁਲਿਸ ਸੰਪਰਕ ਵੀ ਕਰਨ ਲੱਗ ਗਈ, ਲਿਆਉਣ ਦੀ ਤਿਆਰੀ ਹੋ ਗਈ। ਉਹ ਭਾਈ ਇਹ ਕਿਸੇ ਮਤਲਬ ਭੱਜੇ ਜਾਂਦੇ ਸੜਕ ਤੋਂ ਕੋਈ ਬੰਦਾ ਫੜ ਕੇ ਜੀਪ 'ਚ ਬਿਠਾ ਕੇ ਥਾਣੇ ਲਿਆਉਣ ਵਾਲੀ ਗੱਲ ਨਹੀਂ ਗੀ, ਅਮਰੀਕਾ ਤੋਂ ਪੰਜਾਬ ਲਿਆਉਣ ਦੀ ਗੱਲ ਹੈ। ਸੋ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ 3-4 ਮਾਮਲੇ ਪਿਛਲੇ 3-4 ਮਹੀਨਿਆਂ 'ਚ ਵਾਪਰੇ ਨੇ, ਕਿੰਨੇ ਕੁ ਲਿਆਏ ਉਹਨਾਂ ਨੂੰ। ਸੋ ਇਸ ਲਈ ਪਿਛਲੇ ਮਤਲਬ ਕਿ 16-17 ਸਾਲਾਂ 'ਚ 60-65 ਦੇ ਕਰੀਬ ਮਾਮਲੇ ਅਜੇ ਆਏ ਨੇ ਜਿਨ੍ਹਾਂ ਨੂੰ ਲਿਆਉਣ ਦੀ ਕਵਾਇਦ ਕਿਤੇ ਸਿਰੇ ਚੜੀ ਆ, ਨਹੀਂ ਸੈਂਕੜੇ ਅਜੇ ਵੀ ਪਏ ਨੇ। ਸੋ ਇਸ ਪਹਿਲੂ ਤੇ ਦੂਸਰੇ ਪਾਸੇ ਹੁਣ ਸਵਾਲ ਇੱਕ ਹੋਰ ਇਹ ਤੋਂ ਬਾਅਦ ਅੱਗੇ ਆ ਗਿਆ ਕਿ ਹਾਂ, ਜੇ ਉਹ ਗ੍ਰਿਫਤਾਰ ਨਹੀਂ ਹੈਗਾ ਤੇ ਉਹ ਕਹਿੰਦਾ ਮੈਂ ਯੂਰਪ 'ਚ ਹਾਂ, ਤੇ ਉਹਦੀ ਆਵਾਜ਼ ਆ ਗਈ ਸਾਹਮਣੇ। ਤੇ ਉਸ ਤੋਂ ਬਾਅਦ ਵੀ ਹੁਣ ਆਹ ਪਹਿਲੂ ਕਿ ਮੈਂ ਯੂਰਪ 'ਚ ਹਾਂ, ਉਹ ਤੋਂ ਬਾਅਦ ਵੀ ਜਿਨ੍ਹਾਂ ਨੇ ਗ੍ਰਿਫਤਾਰ ਕਰ ਲਿਆ ਫਿਰ ਉਹ ਕਿਉਂ ਨਹੀਂ ਸਾਹਮਣੇ ਆਏ? ਹੁਣ ਕਿਹਾ ਜਾ ਰਿਹਾ ਕਿ ਜੀ ਉਹਦੇ ਵਿੱਚ ਤਾਂ ਉਹਦੀ ਆਵਾਜ਼ ਆ, ਉਹਨੇ ਫੋਟੋ ਥੋੜਾ ਦਿਖਾਈ ਹੈ ਜੀ। ਤੇ ਜੇ ਫਿਰ ਗ੍ਰਿਫਤਾਰ ਆ ਤਾਂ ਫਿਰ ਉਹਦੀ ਫੋਟੋ ਉਹ ਦਿਖਾ ਦੇਣ ਜਿਨ੍ਹਾਂ ਨੇ ਗ੍ਰਿਫਤਾਰ ਕੀਤਾ। ਹਾਂ ਸਾਡੇ ਕੋਲ ਹੈ। ਅਜੇ ਤੱਕ ਉਹ ਪੱਖ ਨਾ ਹਾਂ ਕਰ ਰਿਹਾ ਨਾ ਕਰ ਰਿਹਾ। ਮੈਂ ਕਹਿੰਦਾ ਅਜੇ ਵੀ ਹੋ ਸਕਦਾ ਉਹਦੀ ਗ੍ਰਿਫਤਾਰੀ ਹੋਵੇ ਤੇ ਅਜੇ ਵੀ ਹੋ ਸਕਦਾ ਉਹਦੀ ਗ੍ਰਿਫਤਾਰੀ ਨਾ ਹੋਵੇ। ਦੋਏ ਪਹਿਲੂਆਂ ਚੋਂ ਕਿਹੜਾ ਪਹਿਲੂ ਹੈ ਅਜੇ ਤੱਕ ਕੁਝ ਨਹੀਂ ਪਤਾ। ਸੋ ਇਹ ਏਜੰਸੀਆਂ ਦਾ ਇੱਕ ਵੱਡੇ ਪੱਧਰ ਦੇ ਉੱਤੇ ਜੇਕਰ ਕੋਈ ਐਕਸ਼ਨ ਪਲਾਨ ਵੀ ਹੁੰਦਾ ਤਾਂ ਕਈ ਵਾਰ ਉਹਨੂੰ ਜਨਤਕ ਨਹੀਂ ਕੀਤਾ ਜਾਂਦਾ। ਬਿਲਕੁਲ ਤੇ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਇਸ ਗੱਲ ਤੇ ਗੌਰ ਕਰਦੇ ਕਿ ਉਹਨਾਂ ਨੂੰ ਕੀ ਇਹ ਗੱਲ ਬੋਲਣੀ ਚਾਹੀਦੀ ਸੀ ਕਿ ਇਹ ਗੁਜਰਾਤ ਦੇ ਲੋਕਾਂ ਨੂੰ ਦੱਸਣ ਲਈ ਸੀ ਕਿ ਸਾਡੀ ਪਹੁੰਚ ਅਮਰੀਕਾ ਤੱਕ ਹੈ ਤਾਂ ਬੋਲਤੀ, ਜਾਂ ਅਫਸਰਾਂ ਨੇ ਉਹਨਾਂ ਨੂੰ ਗਲਤ ਜਾਣਕਾਰੀ ਦਿੱਤੀ, ਅਫਸਰਾਂ ਨੇ ਉਹਨੂੰ ਗਲਤ ਇਨਫੋਰਮੇਸ਼ਨ ਦਿੱਤੀ, ਜਾਣ ਕੇ ਉਹਨਾਂ ਤੋਂ ਹੀ ਕਿਉਂ ਕਹਾਇਆ ਕਿ ਕੇਂਦਰ ਦੀ ਇਹਦੇ ਵਿੱਚ ਕੋਈ ਮਨਸ਼ਾ ਸੀ ਕਿ ਇਹ ਤੋਂ ਕਹਾ ਕੇ ਸਾਰ ਲਓ ਜੀ। ਸੋ ਦੂਸਰੇ ਪਾਸੇ ਜੇਕਰ ਹੁਣ ਉਹ ਆਵਾਜ਼ ਦਾ ਮਸਲਾ ਹੈ ਤਾਂ ਪੰਜਾਬ ਦੇ ਕੋਲ 14 ਸੈਂਪਲ ਨੇ ਜੀ ਗੋਲਡੀ ਬਰਾੜ ਦੇ ਆਵਾਜ਼ ਦੇ,
ਚਾਹੇ ਉਹ ਫਰੋਤੀ ਮੰਗਣ ਲਈ ਹੋਣ, ਚਾਹੇ ਕਿਸੇ ਦੀ ਜ਼ਿੰਮੇਵਾਰੀ ਲੈਣ ਦੇ ਹੋਣ, ਚਾਹੇ ਕਿਸੇ ਘਟਨਾ ਦੇ ਅੰਜਾਮ ਨੂੰ, ਉਹ 14 ਸੈਂਪਲ ਨੇ, ਉਹਨਾਂ ਸੈਂਪਲਾਂ ਨਾਲ ਮਿਲਾ ਲੈਣ, ਪਤਾ ਲੱਗ ਜਾਏਗਾ ਆਵਾਜ਼ ਉਹਦੀ ਹੈ ਕਿ ਨਹੀਂ। ਸੋ ਪਰ ਇਸ ਮਸਲੇ ਤੇ ਵੀ ਅਜੇ ਵੀ ਕੋਈ ਧਿਰ ਸਾਹਮਣੇ ਨਹੀਂ ਆਈ। ਸੋ ਇਸ ਲਈ ਗੋਲਡੀ ਬਰਾੜ ਫਿਲਹਾਲ ਇੱਕ ਬੁਝਾਰਤ ਹੈ। ਅਮਰੀਕਾ ਜਾਂ ਯੂਰਪ, ਇਹ ਇੱਕ ਵੱਖਰਾ ਸਵਾਲ ਹੈ। ਹੋ ਸਕਦਾ ਯੂਰਪ ਵੀ ਨਾ ਹੋਵੇ, ਫਿਰ ਕਿਤੇ ਹੋਰ ਹੋਵੇ, ਔਰ ਹੋ ਸਕਦਾ ਉਹ ਪਲੀਜ਼ ਦੀ, ਕਿਉਂਕਿ ਰਿਤੇਸ਼ ਲੱਖੀ ਨੇ ਉਹਨਾਂ ਨੂੰ ਇਹ ਵੀ ਸਵਾਲ ਕੀਤਾ ਸੀ ਕਿ ਕਿਤੇ ਤੁਹਾਤੋਂ ਅਧਿਕਾਰੀ ਤਾਂ ਨਹੀਂ ਫੋਨ ਕਰਾ ਰਹੇ, ਤੁਸੀਂ ਹੋਵੋ ਉਹਨਾਂ ਦੀ ਗਿਰਫਤ 'ਚ। ਜੀ ਜੀ ਬਿਲਕੁਲ। ਸੋ ਕੀ ਇਹ ਕੋਈ ਫਿਲਮੀ ਸੀਨ ਹੈ ਕਿ ਏਦਾਂ ਵੀ ਹੋ ਸਕਦਾ ਹੈ ਕਿ ਜਿਵੇਂ ਉਹ ਫਿਲਮ 'ਚ ਆਪਾਂ ਦੇਖਦੇ ਹੁੰਦੇ ਹਾਂ ਕਿ ਉਹਨੂੰ ਕਹਿੰਦੇ ਕਿ ਬਾਕੀ ਸਾਰੇ ਚੁੱਪ ਕਰ ਜਾਓ, ਤੂੰ ਫੋਨ ਮਿਲਾ ਵੀ, ਕੀ ਏਦਾਂ ਵੀ ਹੋ ਸਕਦਾ ਇਹ ਇੰਟਰਨੈਸ਼ਨਲ ਪੱਧਰ ਤੇ ਇਹੋ ਜਿਹੀ ਖੇਡ ਵੀ ਚੱਲਦੀ ਹੈ ਕਿ ਇੱਕੋ ਬੰਦੇ ਨੂੰ ਫੋਨ ਮਿਲਾ ਕੇ ਗੱਲ ਕਰਾਈ ਜਾਵੇ। ਸੋ ਅਜੇ ਸਵਾਲ ਇਹ ਖੜਾ ਕਿ ਉਹ ਗੋਲਡੀ ਬਰਾੜ ਦਾ ਫੋਨ ਸੀ ਜਾਂ ਨਹੀਂ। ਦੂਸਰਾ ਸਵਾਲ ਖੜਾ ਕਿ ਗੋਲਡੀ ਬਰਾੜ ਗ੍ਰਿਫਤਾਰ ਹੈ ਜਾਂ ਨਹੀਂ। ਤੀਸਰਾ ਸਵਾਲ ਖੜਾ ਕਿ ਕੀ ਗੋਲਡੀ ਬਰਾੜ ਜੇ ਗ੍ਰਿਫਤਾਰ ਵੀ ਨਹੀਂ ਹੈ ਤੇ ਆਵਾਜ਼ ਵੀ ਉਹਦੀ ਹੈ ਤਾਂ ਕਿ ਉਹ ਸੱਚਮੁੱਚ ਯੂਰਪ 'ਚ ਹੈ। ਹਾਂਜੀ। ਸੋ ਇਹ ਸਾਰੇ ਪਹਿਲੂ ਅਜੇ ਮਤਲਬ ਕਿ ਬੁਝਾਰਤ ਬਣੇ ਨੇ, ਔਰ ਇਸ ਬੁਝਾਰਤ ਦਾ ਅਜੇ ਕਿਸੇ ਕੋਲ ਕੋਈ ਹੱਲ ਜਾਂ ਜਵਾਬ ਨਹੀਂ ਹੈ ਜਦੋਂ ਤੱਕ ਅਮਰੀਕਾ ਤੇ ਭਾਰਤ ਦੀਆਂ ਸਰਕਾਰਾਂ ਕਿਸੇ ਮਸਲੇ ਤੇ ਸਾਹਮਣੇ ਆ ਕੇ ਨਹੀਂ ਬੋਲਦੀਆਂ, ਤਦ ਤੱਕ ਬੁਝਾਰਤ ਹੈ। ਹਾਂਜੀ ਬਿਲਕੁਲ, ਬੁਝਾਰਤ ਤਾਂ ਹੈਗੀ ਹੈ ਸ਼ਰਮਾ ਜੀ। ਤੇ ਪਹਿਲਾਂ ਵੀ ਲੋਕਾਂ ਨੇ ਇਸ ਗੱਲ ਦੀ ਥੋੜਾ ਜਿਹਾ ਗਿਲਾ ਕਹਿ ਲਓ ਜਾਂ ਇਸ ਗੱਲ ਦੇ ਰੋਸ ਦੇ ਸੰਕੇਤ ਦਿੱਤੇ ਸੀਗੇ ਕਿ ਮੁੱਖ ਮੰਤਰੀ ਸਾਹਿਬ ਜਿਹੜੀ ਗੱਲ ਕਹਿ ਰਹੇ ਉਹ ਕੋਈ ਏਜੰਸੀ ਜਾਂ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਜਾਂ ਡੀਜੀਪੀ ਪੰਜਾਬ ਪੁਲਿਸ ਇਹ ਕਿਉਂ ਨਹੀਂ ਉਹਦੇ ਤੇ ਆਪਣੀ ਬੋਲਦੇ। ਬਿਲਕੁਲ, ਆਈਬੀ ਇੰਟੈਲੀਜੈਂਸ ਕਿੰਨਾ ਕੁਛ ਹੈ ਹਨਾ। ਸੋ ਇਸੇ ਕਰਕੇ